ਸਵਾਗਤ ਹੈ ਤੁਹਾਡਾ ਸਭ ਦਾ ਮੇਰੇ YouTube ਚੈਨਲ ਰਾਵੀ ਐਜੂਕੇਸ਼ਨ ਦੇ ਉੱਪਰ। ਤੇ ਅਸੀਂ ਕਰ ਰਹੇ ਸੀ ਦਿੱਲੀ ਸਲਤਨਤ ਦੇ ਵਿੱਚ ਦਾਸ ਵੰਸ਼। ਤੇ ਲਾਸਟ ਵਾਲੀ ਵੀਡੀਓ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਰਜ਼ੀਆ ਬੇਗਮ 1236 ਤੋਂ 1240 ਤੱਕ ਉਹਨਾਂ ਨੇ ਰਾਜ ਕੀਤਾ ਸੀ। ਉਸ ਤੋਂ ਬਾਅਦ ਬਹਿਰਾਮ ਸ਼ਾਹ, ਅਲਾਉਦੀਨ ਮਸੂਦ ਤੇ ਨਸੀਰੁਦੀਨ ਮਹਿਮੂਦ। ਨਸੀਰੁਦੀਨ ਮਹਿਮੂਦ ਸੀ ਜਿਹੜੇ ਉਹਨਾਂ ਨੇ 1246 ਤੋਂ 1266 ਈਸਵੀ ਤੱਕ ਰਾਜ ਕੀਤਾ ਸੀ। 1266 ਦੇ ਵਿੱਚ ਜਦੋਂ ਨਸੀਰੁਦੀਨ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਬਲਬਨ ਨੇ ਆਪਣੇ ਆਪ ਨੂੰ ਸੁਲਤਾਨ ਮੰਨ ਲਿਆ ਸੀ। ਤਾਂ ਅੱਜ ਦੀ ਜੋ ਸਾਡੀ ਵੀਡੀਓ ਹੈ ਇਹਦੇ ਵਿੱਚ ਅਸੀਂ ਕਵਰ ਕਰਾਂਗੇ ਗਿਆਸੁਦੀਨ ਬਲਬਨ ਦੇ ਬਾਰੇ ਵਿੱਚ, ਜਿਹਨੇ 1266 ਤੋਂ ਲੈ ਕੇ 1286 ਈਸਵੀ ਤੱਕ ਰਾਜ ਕੀਤਾ ਸੀ। ਜਿਹੜਾ ਬਲਬਨ ਸੀ ਉਹ ਦਾਸ ਵੰਸ਼ ਦਾ ਸਭ ਤੋਂ ਉਹਨੂੰ ਮਹਾਨ ਸੁਲਤਾਨ ਮੰਨਿਆ ਜਾਂਦਾ। ਉਹ ਇੱਕ ਦਾਸ ਦੀ ਪਦਵੀ ਤੋਂ ਉੱਨਤੀ ਕਰਦਾ ਕਰਦਾ ਸੁਲਤਾਨ ਦੀ ਪਦਵੀ ਤੱਕ ਜਾ ਪਹੁੰਚਿਆ ਸੀ। ਬਲਬਨ ਸੀ ਜਿਹੜਾ ਉਹਨੇ ਦਾਸ ਵਜੋਂ ਵੀ ਕੰਮ ਕੀਤਾ। ਉਹ ਭਿਸ਼ਤੀ ਵੀ ਬਣਿਆ, ਸ਼ਿਕਾਰੀ ਵੀ ਬਣਿਆ, ਸੈਨਾਪਤੀ ਵੀ ਬਣਿਆ, ਨੀਤੀਵਾਨ ਵੀ ਬਣਿਆ ਤੇ ਹੌਲੀ ਹੌਲੀ ਉਹ ਸੀ ਜਿਹੜਾ ਉਹ ਸੁਲਤਾਨ ਬਣ ਗਿਆ। ਬਲਬਨ ਇਲਤੁਤਮਿਸ਼ ਦਾ ਦਾਸ ਸੀਗਾ ਤੇ ਉਹ ਤੁਰਕਾਂ ਦੇ ਜਿਹੜਾ ਅਲਬਾਰੀ ਕਬੀਲਾ ਸੀ ਉਹਦੇ ਨਾਲ ਸੰਬੰਧ ਰੱਖਦਾ ਸੀ। ਉਹਦਾ ਪਿਤਾ ਸੀ ਜਿਹੜਾ 10,000 ਪਰਿਵਾਰਾਂ ਦਾ ਖਾਨ ਸੀ। ਛੋਟੀ ਉਮਰ ਦੇ ਵਿੱਚ ਹੀ ਕੀ ਹੋਇਆ ਸੀ, ਮੰਗੋਲ ਲੋਕ ਸੀ ਜਿਹੜੇ ਉਹਨੂੰ ਚੁੱਕ ਕੇ ਲੈ ਗਏ ਸੀ ਤੇ ਉਹਨਾਂ ਨੇ ਉਹਨੂੰ ਬਸਰਾ ਦਾ ਇੱਕ ਖਵਾਜਾ ਜਮਾਲੂਦੀਨ ਸੀ ਉਹਦੇ ਕੋਲੇ ਵੇਚ ਦਿੱਤਾ ਸੀ। ਕੁਝ ਸਮੇਂ ਬਾਅਦ ਜਿਹੜਾ ਖਵਾਜਾ ਸੀ ਉਹਨੂੰ ਦਿੱਲੀ ਲੈ ਆਇਆ ਤੇ ਜਿੱਥੇ ਇਲਤੁਤਮਿਸ਼ ਨੇ ਉਹਨੂੰ ਖਰੀਦ ਲਿਆ ਸੀ। ਬਲਬਨ ਸੀ ਜਿਹੜਾ ਦੇਖਣ ਦੇ ਵਿੱਚ ਕੋਈ ਜ਼ਿਆਦਾ ਸੁੰਦਰ ਨਹੀਂ ਸੀ, ਇਸ ਕਰਕੇ ਇਲਤੁਤਮਿਸ਼ ਨੇ ਉਹਨੂੰ ਪਾਣੀ ਢੋਣ ਦੇ ਕੰਮ 'ਤੇ ਲਾਤਾ ਸੀ। ਪਰ ਜਿਹੜਾ ਬਲਬਨ ਸੀ ਉਹਨੇ ਆਪਣੀ ਯੋਗਤਾ ਅਤੇ ਚੰਗੇ ਆਚਰਣ ਕਰਕੇ ਇਲਤੁਤਮਿਸ਼ ਦੇ ਉੱਤੇ ਚੰਗਾ ਪ੍ਰਭਾਵ ਪਾ ਲਿਆ ਸੀ। ਇਸ ਕਰਕੇ ਉਹਨੇ ਬਾਅਦ ਦੇ ਵਿੱਚ ਉਹਨੂੰ ਚਾਲੀਸਾ ਦਾ ਮੈਂਬਰ ਵੀ ਬਣਾਤਾ ਸੀ ਤੇ ਆਪਣੀ ਇੱਕ ਪੁੱਤਰੀ ਦਾ ਵਿਆਹ ਵੀ ਉਹਦੇ ਨਾਲ ਕਰ ਦਿੱਤਾ ਸੀ। ਬਲਬਨ ਸੀ ਜਿਹੜਾ ਰਜੀਆ ਸੁਲਤਾਨ ਦੇ ਕਾਲ ਦੇ ਵਿੱਚ ਉਹਨੂੰ ਅਮੀਰੇ ਸ਼ਿਕਾਰ ਦੀ ਪਦਵੀ ਦਿੱਤੀ ਹੋਈ ਸੀ। ਜਦੋਂ ਬਹਿਰਾਮ ਸ਼ਾਹ ਦਾ ਰਾਜਕਾਲ ਸੀ ਉਦੋਂ ਉਹਨੂੰ ਰਵਾੜੀ ਤੇ ਹਾਂਸੀ ਦੀਆਂ ਜਗੀਰਾਂ ਦਿੱਤੀਆਂ ਹੋਈਆਂ ਸੀ, ਉਹਨਾਂ ਦਾ ਰਾਜ ਪ੍ਰਬੰਧ ਚਲਾਉਂਦਾ ਸੀ। ਅਲਾਉਦੀਨ ਮਸੂਦ ਦੇ ਰਾਜਕਾਲ ਦੇ ਵਿੱਚ ਉਹਨੂੰ ਅਮੀਰੇ ਹਾਜ਼ਿਬ ਦੀ ਉਪਾਧੀ ਦਿੱਤੀ ਹੋਈ ਸੀ। ਤੇ ਉਸ ਤੋਂ ਬਾਅਦ ਨਸੀਰੁਦੀਨ ਮਹਿਮੂਦ ਦਾ ਰਾਜ ਆਇਆ ਜਦੋਂ, ਤਾਂ ਉਦੋਂ ਉਹਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ ਉਹਨੇ ਬਲਬਨ ਨੂੰ ਆਪਣਾ। ਤੇ ਉਹਨੇ ਕੀ ਕੀਤਾ ਸੀ, ਸੁਲਤਾਨ ਦੀ ਭੈਣ ਨਾਲ ਆਪਣਾ ਵਿਆਹ ਕਰ ਲਿਆ ਸੀ ਤੇ ਆਪਣੀ ਪੁੱਤਰੀ ਦਾ ਵਿਆਹ ਸੁਲਤਾਨ ਨਾਲ ਕਰਕੇ ਆਪਣੀ ਸ਼ਕਤੀ ਨੂੰ ਉਹਨੇ ਹੋਰ ਵੀ ਵਧਾ ਲਿਆ ਸੀਗਾ। ਤੇ ਕੁਝ ਸਮੇਂ ਬਾਅਦ ਕੀ ਹੋਇਆ ਸੀ, ਬਲਬਨ ਨੂੰ ਮੰਤਰੀ ਦੇ ਪਦ ਤੋਂ ਹਟਾਤਾ ਸੀ। ਇਹਦੇ ਨਾਲ ਕੀ ਹੋਇਆ, ਸਾਮਰਾਜ ਦੇ ਵਿੱਚ ਅਸ਼ਾਂਤੀ ਫੈਲ ਗਈ ਸੀ, ਜਿਹਦੇ ਕਰਕੇ ਦੁਬਾਰਾ ਤੋਂ ਫਿਰ ਬਲਬਨ ਨੂੰ ਪ੍ਰਧਾਨ ਮੰਤਰੀ ਦਾ ਪਦ ਸੀ ਜਿਹੜਾ ਉਹ ਦੇ ਦਿੱਤਾ ਗਿਆ ਸੀ। ਨਸੀਰੁਦੀਨ ਮਹਿਮੂਦ ਦੀ ਮੌਤ ਹੋ ਗਈ ਸੀ ਜਦੋਂ 1266 ਦੇ ਵਿੱਚ, ਤਾਂ ਉਦੋਂ ਜਿਹੜਾ ਬਲਬਨ ਸੀ ਉਹ ਰਾਜਗੱਦੀ ਦੇ ਉੱਪਰ ਬੈਠ ਗਿਆ ਸੀ ਤੇ ਉਹਨੇ 1266 ਤੋਂ ਲੈ ਕੇ 1286 ਤੱਕ ਰਾਜ ਕੀਤਾ ਸੀ। ਇਹਨਾਂ 20 ਸਾਲਾਂ ਦੇ ਵਿੱਚ ਉਹਨੇ ਕਈ ਮਹਾਨ ਕੰਮ ਵੀ ਕੀਤੇ ਸੀ ਜਿਹੜੇ ਦਾਸ ਵੰਸ਼ ਦੇ ਹੋਰ ਕਿਸੇ ਵੀ ਮਤਲਬ ਕਿ ਸੁਲਤਾਨ ਦੇ ਹਿੱਸੇ ਨਹੀਂ ਆਏ। ਤੇ ਉਸ ਤੋਂ ਬਾਅਦ ਉਹਦੀ ਅੱਗੇ ਗੱਦੀ 'ਤੇ ਬੈਠਣ ਸਮੇਂ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਹਦੇ ਵਿੱਚ ਕੀ ਸੀ, ਜਿਹੜਾ ਸਭ ਤੋਂ ਵੱਡਾ ਸੀ ਉਹ ਸੀਗਾ ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਜਿਹੜੇ ਬਾਕੀ ਦੇ ਸੁਲਤਾਨ ਸੀ ਉਹ ਅਯੋਗ ਸੀ, ਜਿਹਦੇ ਕਾਰਨ ਸਾਮਰਾਜ ਦੇ ਵਿੱਚ ਅਸ਼ਾਂਤੀ ਫੈਲੀ ਹੋਈ ਸੀ। ਤੇ ਦੂਜਾ ਕਾਰਨ ਇਹ ਸੀਗਾ ਕਿ ਮਿਆਊਂ ਸੀਗੇ ਜਿਹੜੇ ਲੋਕ, ਉਹਨਾਂ ਦੇ ਖਤਰੇ ਕਾਰਨ ਜਿਹੜੀ ਰਾਜਧਾਨੀ ਸੀ ਉਹ ਸੁਰੱਖਿਅਤ ਨਹੀਂ ਸੀ। ਕੁਝ ਡਾਕੂ ਲੋਕ ਸੀ ਉਹ ਆ ਕੇ ਦਿੱਲੀ ਨੂੰ ਲੁੱਟ ਲੈਂਦੇ ਸੀ, ਇਹ ਵੀ ਇੱਕ ਵੱਡਾ ਕਾਰਨ ਸੀ। ਤੇ ਇਲਤੁਤਮਿਸ਼ ਨੇ ਕੀ ਕੀਤਾ, 40 ਤੁਰਕੀ ਸਰਦਾਰ ਸੀ ਜਿਹੜੇ, ਉਹਨਾਂ ਦੇ ਗੁੱਟ ਦੀ ਸ਼ਕਤੀ ਵੀ ਕਾਫੀ ਵੱਧਦੀ ਜਾਂਦੀ ਸੀ। ਉਹਨੇ ਕੀ ਕੀਤਾ, ਇਸ ਸ਼ਕਤੀ ਨੂੰ ਘਟਾਉਣ ਦੇ ਲਈ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਹੜੀ ਉਹਦੇ ਲਈ ਖਤਰਾ ਪੈਦਾ ਕਰ ਰਹੀ ਸੀਗੀ। ਇੱਕ ਉਹਨੇ ਕੀ ਕੀਤਾ, ਲਹੂ ਤੇ ਲੋਹੇ ਦੀ ਨੀਤੀ ਅਪਣਾਈ ਸੀ, ਬਲੱਡ ਐਂਡ ਆਇਰਨ ਪਾਲਿਸੀ ਕਿਹਾ ਜਾਂਦਾ ਜਿਹਨੂੰ। ਇਹਦਾ ਮਤਲਬ ਸੀ ਇੱਕ ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ ਜਾਵੇ ਤੇ ਇਸ ਸੈਨਾ ਦੀ ਸਹਾਇਤਾ ਨਾਲ ਸਾਮਰਾਜ ਦੇ ਵੱਖ-ਵੱਖ ਭਾਗਾਂ ਦੇ ਵਿੱਚ ਜਿੰਨੇ ਵੀ ਵਿਦਰੋਹੀ ਨੇ ਤੇ ਡਾਕੂ ਨੇ ਸਾਰਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਦੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ ਜਾਣ ਤੇ ਉਹਨਾਂ ਦੀ ਸ਼ਕਤੀ ਦੇ ਗੜ੍ਹ ਸੀ ਜਿਹੜੇ ਸਾਰੇ ਤਬਾਹ ਕਰ ਦਿੱਤੇ ਜਾਣ। ਉਹਨਾਂ ਦੇ ਪਰਿਵਾਰਾਂ ਅਤੇ ਸੰਬੰਧੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏ ਤੇ ਜਿਹੜੇ ਮੰਗੋਲਾਂ ਵਰਗੇ ਲੋਕ ਸੀਗੇ ਸਾਮਰਾਜ ਦੇ ਵਿਦੇਸ਼ੀ ਦੁਸ਼ਮਣ, ਉਹਨਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਏ ਤਾਂ ਜੋ ਅਗਲੇ ਭਵਿੱਖ ਦੇ ਵਿੱਚ
ਕੋਈ ਵੀ ਹਮਲਾ ਕਰਨ ਦਾ ਸਾਹਸ ਨਾ ਕਰ ਸਕੇ। ਸਾਮਰਾਜ ਦੇ ਵਿਦਰੋਹੀ ਸੂਬੇਦਾਰਾਂ ਅਤੇ ਸਰਦਾਰਾਂ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਅਤੇ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਏ। ਅਜਿਹੇ ਸਖਤ ਕਦਮਾਂ ਰਾਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਸੁਲਤਾਨ ਦੀ ਸ਼ਕਤੀ ਸੀ ਜਿਹੜੀ ਉਹਦਾ ਕਾਫੀ ਜ਼ਿਆਦਾ ਡਰ ਪੈਦਾ ਹੋ ਗਿਆ ਸੀ ਅਤੇ ਸਲਤਨਤ ਅਤੇ ਸੁਲਤਾਨ ਦੇ ਵਿਰੋਧੀਆਂ ਨੂੰ ਬੇਰਹਿਮੀ ਦੇ ਨਾਲ ਕੁਚਲ ਦਿੱਤਾ ਜਾਏ। ਉਹ ਕਹਿੰਦਾ ਸੀ ਕਿ ਜਿਹੜਾ ਵੀ ਮੇਰਾ ਵਿਰੋਧ ਕਰਦਾ ਉਹਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਵੇ। ਬਲਬਨ ਦੀ ਜਿਹੜੀ ਇਹ ਨੀਤੀ ਸੀ ਉਹ ਕਾਫੀ ਜ਼ਿਆਦਾ ਸਫਲ ਹੋਈ ਸੀ, ਜਿਹਦੇ ਕਰਕੇ ਬਲਬਨ ਨੂੰ ਇਸ ਨੀਤੀ ਨੇ ਕਾਫੀ ਜ਼ਿਆਦਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ। ਉਸ ਤੋਂ ਬਾਅਦ ਉਹਨੇ ਸਫਲਤਾਵਾਂ ਕਿਹੜੀਆਂ ਪ੍ਰਾਪਤ ਕੀਤੀਆਂ ਸੀ। ਮਿਆਊਂ ਸੀ ਵਿਦੇਸ਼ੀ, ਉਹਨਾਂ ਦਾ ਦਮਨ ਕੀਤਾ ਸੀ। ਦਿੱਲੀ ਦੇ ਦੱਖਣੀ ਪ੍ਰਦੇਸ਼ਾਂ ਦੇ ਵਿੱਚ ਲੋਕ ਰਹਿੰਦੇ ਸੀਗੇ ਮਿਆਊਂ ਲੋਕ, ਉਹ ਬਹੁਤ ਜ਼ਿਆਦਾ ਨਿਡਰ ਸੀਗੇ ਅਤੇ ਜਦੋਂ ਬਲਬਨ ਸੀ ਜਿਹੜਾ ਉਹ ਨਸੀਰੁੱਦੀਨ ਮਹਿਮੂਦ ਦੇ ਰਾਜਕਾਲ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਲੱਗਿਆ ਹੋਇਆ ਸੀ, ਉਦੋਂ ਵੀ ਉਹਨੇ 12,000 ਦੇ ਲਗਭਗ ਮਿਆਊਆਂ ਨੂੰ ਮਾਰ ਦਿੱਤਾ ਸੀ। ਪਰ ਫਿਰ ਵੀ ਉਹਨਾਂ ਦੀ ਸ਼ਕਤੀ ਸੀ ਜਿਹੜੀ ਘਟੀ ਨਹੀਂ ਸੀ। ਇਹ ਕੀ ਕਰਦੇ ਸੀ, ਦਿਨ ਦਿਹਾੜੇ ਲੋਕਾਂ ਨੂੰ ਲੁੱਟ ਲੈਂਦੇ ਸੀ ਅਤੇ ਪਿੰਡਾਂ ਦੇ ਪਿੰਡ ਨਸ਼ਟ ਕਰ ਦਿੰਦੇ ਸੀ। ਪਾਣੀ ਭਰਨ ਵਾਲੀਆਂ ਜਿਹੜੀਆਂ ਲੜਕੀਆਂ ਹੁੰਦੀਆਂ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਤੇ ਉਹਨਾਂ ਦਾ ਅਪਮਾਨ ਕਰਦੇ ਸੀ। ਰਾਤ ਦੇ ਸਮੇਂ ਉਹ ਕੀ ਕਰਦੇ, ਰਾਜਧਾਨੀ ਦੇ ਵਿੱਚ ਵੜ ਆਉਂਦੇ ਸੀ ਅਤੇ ਲੁੱਟਮਾਰ ਕਰਕੇ ਚਲੇ ਜਾਂਦੇ ਸੀ। ਬਲਬਨ ਨੇ ਬਹੁਤ ਵੱਡੀ ਸੈਨਾ ਲੈ ਕੇ ਮਿਆਊਆਂ ਦੇ ਵਿਰੁੱਧ ਕੂਚ ਕੀਤਾ ਅਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਸੀ। ਉਹਨਾਂ ਦੇ ਪ੍ਰਦੇਸ਼ਾਂ ਦੇ ਜੰਗਲ ਅਤੇ ਉੱਥੇ ਜਿਹੜੇ ਆਮ ਤੌਰ 'ਤੇ ਸ਼ਰਨ ਲੈਂਦੇ ਸੀ, ਜਿੱਥੇ ਉਹ ਸ਼ਰਨ ਲੈਂਦੇ ਸੀ ਉਹ ਸਾਰਾ ਕੁਛ ਨਸ਼ਟ ਕਰਤਾ ਸੀ ਅਤੇ ਉਹਨਾਂ ਦੀਆਂ ਚੌਂਕੀਆਂ ਵੀ ਖਤਮ ਕਰਤੀਆਂ ਸੀ ਅਤੇ ਉੱਥੇ ਆਪਣੀਆਂ ਸੈਨਿਕ ਚੌਂਕੀਆਂ ਲਗਾ ਲਈਆਂ ਸੀ। ਉਸ ਤੋਂ ਬਾਅਦ ਇੱਕ ਦੁਆਬ ਦੇ ਡਾਕੂ ਸੀ। ਦੁਆਬ ਦੇ ਪ੍ਰਦੇਸ਼ਾਂ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਗੜ ਮਚਾ ਰੱਖਿਆ ਸੀਗਾ। ਉਹ ਸੜਕਾਂ 'ਤੇ ਜਿਹੜੇ ਵੀ ਯਾਤਰੀ ਆਉਂਦੇ ਜਾਂਦੇ ਉਹਨਾਂ ਨੂੰ ਲੁੱਟ ਲੈਂਦੇ ਸੀ ਅਤੇ ਉਹਨਾਂ ਦੇ ਡਾਕਿਆਂ ਦੇ ਕਾਰਨ ਹੀ ਦਿੱਲੀ ਤੋਂ ਲੈ ਕੇ ਬੰਗਾਲ ਤੱਕ ਦਾ ਜਿਹੜਾ ਰਸਤਾ ਸੀ ਉਹ ਸੁਰੱਖਿਅਤ ਨਹੀਂ ਰਿਹਾ ਸੀਗਾ। ਇਸ ਕਰਕੇ ਬਲਬਨ ਨੇ ਕੀ ਕੀਤਾ, ਇਹਨਾਂ ਡਾਕੂਆਂ ਨੂੰ ਕੁਚਲਣ ਵਾਸਤੇ ਉਹਨਾਂ ਦੇ ਵਿਰੁੱਧ ਚੜ੍ਹਾਈ ਕਰਦੀ ਅਤੇ ਉਹਨਾਂ ਦੇ ਸੰਬੰਧ ਦੇ ਵਿੱਚ ਲਹੂ ਅਤੇ ਲੋਹੇ ਦੀ ਨੀਤੀ ਨੂੰ ਅਪਣਾਇਆ ਸੀ ਅਤੇ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਡਾਕੂਆਂ ਨੂੰ, ਉਹਨਾਂ ਦੀਆਂ ਇਸਤਰੀਆਂ ਨੂੰ ਅਤੇ ਬੱਚਿਆਂ ਨੂੰ ਕਤਲ ਕਰਤਾ ਸੀ। ਇੱਕ ਦੁਆਬ ਦੇ ਡਾਕੂਆਂ ਨੂੰ ਦੰਡ ਦੇਣ ਤੋਂ ਪਿੱਛੋਂ ਬਲਬਨ ਨੇ ਕੀ ਕੀਤਾ ਸੀ, ਕਟੇਹਰ ਦੇ ਡਾਕੂਆਂ ਨੂੰ, ਕਟੇਹਰ ਦੇ ਵਿਦਰੋਹੀ ਸੀ ਹਿੰਦੂ, ਉਹਨਾਂ ਨੂੰ ਵੀ ਉਹਨਾਂ ਵੱਲ ਕੂਚ ਕੀਤਾ ਸੀ ਅਤੇ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ ਸੀ। ਕਿਹਾ ਜਾਂਦਾ ਹੈ ਕਿ ਉਹਨੇ 8 ਸਾਲ ਦੀ ਤੋਂ ਉੱਪਰ ਦੇ ਜਿੰਨੇ ਵੀ ਸਾਰੇ ਆਦਮੀ ਸੀ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਤਾ ਸੀ ਅਤੇ ਖੂਨ ਦੀਆਂ ਨਦੀਆਂ ਵਹਿਣ ਲੱਗ ਪਈਆਂ ਸੀ। ਮੁਗਲਾਂ ਤੋਂ ਰੱਖਿਆ ਕੀਤੀ ਸੀ ਸਾਮਰਾਜ ਦੀ। ਬਲਬਨ ਨੇ ਜਦੋਂ ਉਹ ਰਾਜਾ ਬਣ ਗਿਆ ਸੀ ਉਦੋਂ ਪਹਿਲਾਂ ਵੀ ਮੁਗਲਾਂ ਨੂੰ ਹਰਾਇਆ ਸੀ ਅਤੇ ਬਾਅਦ ਦੇ ਵਿੱਚ 1-2 ਵਾਰ ਫਿਰ ਹਰਾ ਕੇ ਉਹਨਾਂ ਦੀ ਸ਼ਕਤੀ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨੇ ਕੀ ਕੀਤਾ ਸੀ, ਦੂਰ ਦੂਰ ਦੇ ਪ੍ਰਦੇਸ਼ਾਂ 'ਤੇ ਜਿੱਤ ਪ੍ਰਾਪਤ ਕਰਨ ਦਾ ਵਿਚਾਰ ਛੱਡ ਕੇ ਉਹਨੇ ਕੀ ਸੋਚਿਆ ਸੀ ਕਿ ਆਪ ਦਿੱਲੀ ਦੇ ਵਿੱਚ ਰਵੇ ਅਤੇ ਉੱਤਰ ਪੱਛਮੀ ਸੀਮਾ ਦੇ ਉੱਤੇ ਕਰੜੀ ਨਿਗਰਾਨੀ ਰੱਖ ਸਕੇ ਅਤੇ ਮੰਗੋਲਾਂ ਨੂੰ ਰੋਕਣ ਦਾ ਉਹ ਉਚਿਤ ਪ੍ਰਬੰਧ ਕਰ ਸਕੇ। ਮੁਲਤਾਨ, ਸਮਾਣਾ ਅਤੇ ਦੀਪਾਲਪੁਰ ਦੇ ਪ੍ਰਦੇਸ਼ਾਂ ਨੂੰ ਉਹਨੇ ਕੀ ਕੀਤਾ ਸੀ, ਸੀਮਾ ਪ੍ਰਾਂਤ ਬਣਾ ਦਿੱਤੇ ਸੀ। ਇਹ ਜਿਹੜੇ ਸਰਹੱਦੀ ਪ੍ਰਦੇਸ਼ ਸੀ ਉਹਨਾਂ ਦੇ ਵਿੱਚ ਪੁਰਾਣੇ ਕਿਲ੍ਹਿਆਂ ਦੀ ਵੀ ਮੁਰੰਮਤ ਕੀਤੀ ਗਈ ਅਤੇ ਬਹੁਤ ਸਾਰੇ ਨਵੇਂ ਕਿਲ੍ਹੇ ਬਣਾਤੇ ਅਤੇ ਉੱਥੇ ਸੈਨਿਕ ਚੌਂਕੀਆਂ ਵੀ ਸਥਾਪਿਤ ਕਰਤੀਆਂ ਸੀ ਉਹਨੇ। ਸਰਹੱਦੀ ਪ੍ਰਾਂਤਾਂ ਦਾ ਰਾਜ ਪ੍ਰਬੰਧ ਸੀ ਜਿਹੜਾ ਉਹਨੇ ਆਪਣੇ ਵੀਰ ਅਤੇ ਯੋਗ ਸੰਬੰਧੀਆਂ ਨੂੰ ਸੌਂਪਿਆ ਸੀ। 1270 ਤੱਕ ਤਾਂ ਜਿਹੜਾ ਉਹਦਾ ਚਚੇਰਾ ਭਰਾ ਸੀ ਸ਼ੇਰ ਖਾਂ ਸ਼ੰਕਰ, ਉਹ ਹਾਕਮ ਰਿਹਾ ਸੀ ਇੱਥੋਂ ਦਾ ਅਤੇ ਬਾਅਦ ਵਿੱਚ ਉਹਨੇ ਆਪਣੇ ਪੁੱਤਰ ਮੁਹੰਮਦ ਅਤੇ ਬੁਗਰਾ ਖਾਂ ਨੂੰ ਇੱਥੋਂ ਦੇ ਹਾਕਮ ਨਿਯੁਕਤ ਕਰਤੇ ਸੀ। ਸੈਨਾ ਦੇ ਵਿੱਚ ਵੀ ਉਹਨੇ ਕਾਫੀ ਜ਼ਿਆਦਾ ਸੁਧਾਰ ਕੀਤਾ ਸੀ। ਜਿਹੜੇ ਲੜਾਈ ਕਰਨ ਤੋਂ ਅਸਮਰੱਥ ਹੋ ਗਏ ਸੀ ਉਹਨਾਂ ਨੂੰ ਸੈਨਾ ਤੋਂ ਬਾਹਰ ਕੱਢਤਾ ਸੀ। ਬੁੱਢੇ ਸੈਨਿਕ ਸੀ ਉਹਨਾਂ ਦੀ ਥਾਂ 'ਤੇ ਜਿਹੜੇ ਨੌਜਵਾਨ ਸੈਨਿਕ ਸੀ ਉਹ ਭਰਤੀ ਕਰ ਲਏ ਸੀ ਅਤੇ ਯੋਗ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਸੀ। ਸੈਨਿਕਾਂ ਨੂੰ ਲੜਾਈ ਦੇ ਢੰਗ ਵੀ ਸਿਖਾਏ ਸੀ ਉਹਨੇ ਅਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵਧੀਆ ਕਿਸਮ ਦੇ ਸ਼ਸਤਰ ਬਣਾਏ ਸੀ। ਇੱਕ ਉਹਦਾ ਜਿਹੜਾ ਮੇਨ ਕੰਮ ਹੈ ਲਹੂ ਅਤੇ ਲੋਹੇ ਦੀ ਨੀਤੀ, ਉਸ ਤੋਂ ਬਾਅਦ ਚਾਲੀਸਾ ਦੀ ਸ਼ਕਤੀ ਦਾ ਨਾਸ। ਬਲਬਨ ਦੀ ਇੱਕ ਹੋਰ ਮਹੱਤਵਪੂਰਨ ਸਫਲਤਾ ਸੀ ਜਿਹੜੀ ਉਹ ਸੀਗੀ 40 ਦੀ ਸ਼ਕਤੀ ਨੂੰ ਨਸ਼ਟ ਕਰਨਾ। ਉਹਨੇ ਕੀ ਕੀਤਾ, ਸਮਰਾਜ ਦੇ ਜਿਹੜੇ ਉੱਚੇ ਪਦਾਂ ਦੇ ਉੱਤੇ 40 ਲੋਕ ਲੱਗੇ ਹੋਏ ਸੀ ਉਹਨਾਂ ਨੇ ਗੜਬੜ ਮਚਾ ਰੱਖੀ ਸੀ। ਉਹ ਸਮਝ ਗਿਆ ਸੀ ਇਸ ਗੱਲ ਨੂੰ ਕਿ ਜਿੰਨਾ ਚਿਰ ਇਹਨਾਂ ਨੂੰ ਕੁਚਲਿਆ ਨਾ ਜਾ ਸਕੇ ਉਹਨਾਂ ਚਿਰ
ਰਾਜ ਦੇ ਵਿੱਚ ਸ਼ਾਂਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ। ਉਹਨੇ ਸਭ ਤੋਂ ਪਹਿਲਾਂ ਕੀ ਕੀਤਾ, ਜਿਹੜੇ ਉੱਚੇ ਅਹੁਦੇ ਸੀ ਉਹਨਾਂ ਦੀ ਥਾਂ 'ਤੇ ਛੋਟੇ ਦਰਜੇ ਦੇ ਅਮੀਰਾਂ ਨੂੰ ਨਿਯੁਕਤ ਕਰਤਾ। ਦੂਜਾ, ਉਹਨੇ ਉਹਨਾਂ ਨੂੰ ਛੋਟੇ ਛੋਟੇ ਅਪਰਾਧ ਕਰਨ 'ਤੇ ਵੀ ਕਠੋਰ ਦੰਡ ਦੇਣੇ ਸ਼ੁਰੂ ਕਰ ਦਿੱਤੇ ਸੀਗੇ। ਤੀਜਾ, ਉਹਨੇ ਕੀ ਕੀਤਾ, ਜਿਹੜੇ ਬੁੱਢੇ ਸਰਦਾਰ ਸੀ ਉਹਨਾਂ ਸਾਰਿਆਂ ਦੀਆਂ ਜ਼ਗੀਰਾਂ ਖੋਲ੍ਹੀਆਂ ਸੀ ਅਤੇ ਉਹਨਾਂ ਨੂੰ ਸ਼ਕਤੀਹੀਨ ਕਰਤਾ ਸੀ। ਅਤੇ ਚੌਥਾ, ਉਹਨੇ ਤੁਰਕ ਸਰਦਾਰਾਂ ਦੇ ਆਪਸੀ ਜਿਹੜੇ ਵਿਵਹਾਰਕ ਸੰਬੰਧ ਸੀ ਉਹ ਵੀ ਬੰਦ ਕਰਾ ਦਿੱਤੇ ਸੀ। ਇਹਦੇ ਨਾਲ ਕੀ ਹੋਇਆ ਸੀ, ਹੌਲੀ ਹੌਲੀ ਕਰਕੇ ਜਿਹੜੀ ਚਾਲੀਸ ਦੀ ਸ਼ਕਤੀ ਸੀ ਉਹ ਲਗਭਗ ਖਤਮ ਹੋ ਗਈ ਸੀ। ਅਤੇ ਉਦੋਂ ਬਾਅਦ ਉਹਨੇ ਕੀ ਕੀਤਾ ਸੀ, ਸੁੰਦਰ ਅਤੇ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਸੀ, ਦ੍ਰਿੜ ਰਾਜ ਪ੍ਰਬੰਧ ਦੀ ਸਥਾਪਨਾ ਕੀਤੀ ਸੀ ਅਤੇ ਉਹਨੂੰ ਆਪਣੀ ਸ਼ਕਤੀ ਦੇ ਉੱਪਰ ਵੀ ਬਹੁਤ ਜ਼ਿਆਦਾ ਮਾਣ ਸੀ। ਆਪਣੀ ਪਰਜਾ ਅਤੇ ਵਿਦੇਸ਼ੀਆਂ ਦੇ ਉੱਤੇ ਰਾਜ ਦੇ ਠਾਠ ਬਾਠ ਦਾ ਪ੍ਰਭਾਵ ਪਾਉਣ ਦੇ ਲਈ ਬਲਬਨ ਨੇ ਕੀ ਕੀਤਾ ਸੀ, ਇੱਕ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਸੀ ਅਤੇ ਉਹਨੇ ਦਰਬਾਰੀਆਂ ਦੀ ਵਿਸ਼ੇਸ਼ ਪੋਸ਼ਾਕ ਨਿਸ਼ਚਿਤ ਕੀਤੀ ਸੀ। ਉਹ ਆਪ ਵੀ ਬਹੁਤ ਅੱਛੀ ਪੋਸ਼ਾਕ ਪਹਿਨ ਕੇ ਹੀ ਦਰਬਾਰ ਦੇ ਵਿੱਚ ਹਾਜ਼ਰ ਹੁੰਦਾ ਸੀ। ਬਲਬਨ ਨੇ ਇੱਕ ਉੱਤਮ ਕਿਸਮ ਦੀ ਜਸੂਸ ਵਿਵਸਥਾ ਦੀ ਵੀ ਸਥਾਪਨਾ ਕੀਤੀ ਹੋਈ ਸੀ। ਉਹਨੇ ਹਰੇਕ ਵਿਭਾਗ, ਹਰੇਕ ਪ੍ਰਾਂਤ ਅਤੇ ਹਰੇਕ ਨਗਰ ਦੇ ਵਿੱਚ ਜਸੂਸ ਛੱਡ ਦਿੱਤੇ ਸੀ। ਉਹਨਾਂ ਨੂੰ ਸਰਕਾਰ ਵੱਲੋਂ ਬਹੁਤ ਚੰਗੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਅਤੇ ਉਹਨਾਂ ਨੂੰ ਸੂਬੇਦਾਰਾਂ, ਅਧਿਕਾਰੀਆਂ ਅਤੇ ਸੈਨਾਪਤੀਆਂ ਦੇ ਪ੍ਰਭਾਵ ਤੋਂ ਸੁਤੰਤਰ ਰੱਖਿਆ ਹੋਇਆ ਸੀ। ਉਹ ਸੁਲਤਾਨ ਨੂੰ ਆਪਣੇ ਆਪਣੇ ਪ੍ਰਦੇਸ਼ ਦੀ ਹਰ ਇੱਕ ਘਟਨਾ ਦਾ ਸਮਾਚਾਰ ਭੇਜਦੇ ਸੀ, ਇੱਥੋਂ ਤੱਕ ਕਿ ਉਹ ਰਾਜਕੁਮਾਰਾਂ ਦੇ ਕੰਮਾਂ ਬਾਰੇ ਵੀ ਉਸ ਨੂੰ ਸੂਚਿਤ ਕਰਦੇ ਰਹਿੰਦੇ ਸੀ। ਜੇ ਕੋਈ ਜਸੂਸ ਸੀ ਜਿਹੜਾ ਆਪਣੇ ਕਰਤੱਵ ਦੀ ਪਾਲਣਾ ਨਹੀਂ ਕਰਦਾ ਸੀ ਤਾਂ ਉਹਨੂੰ ਕਾਫੀ ਜ਼ਿਆਦਾ ਸਖਤ ਸਜ਼ਾ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਉਹਨੇ ਸ਼ਕਤੀਸ਼ਾਲੀ ਸੈਨਾ ਦਾ ਵੀ ਗਠਨ ਕੀਤਾ ਹੋਇਆ ਸੀ। ਬੁੱਢੇ ਆਦਮੀ ਸੀ ਜਿਹੜੇ ਵਿਧਵਾਵਾਂ ਸੀ ਅਤੇ ਅਨਾਥ ਸੀ, ਸਾਰਿਆਂ ਦੀਆਂ ਜ਼ਗੀਰਾਂ ਖੋਹ ਕੇ ਜਿਹੜੇ ਰਾਜ ਪ੍ਰਤੀ ਕੋਈ ਵੀ ਸੈਨਿਕ ਸੇਵਾ ਨਹੀਂ ਕਰਦੇ ਸੀ ਉਹਨਾਂ ਨੂੰ ਜੀਵਨ ਨਿਰਵਾਹ ਦੇ ਲਈ ਪੈਨਸ਼ਨ ਦੇ ਦਿੱਤੀ ਸੀ। ਜਿਹੜੇ ਬੁੱਢੇ ਸੀ ਉਹਨਾਂ ਨੂੰ ਉੱਚੇ ਸੈਨਿਕ ਪਦਾਂ ਤੋਂ ਵੀ ਹਟਾਤਾ ਸੀ, ਉਹਨਾਂ ਦੀ ਥਾਂ 'ਤੇ ਨੌਜਵਾਨਾਂ ਨੂੰ ਲਾਤਾ ਸੀ। ਉਹਨੇ ਇੱਕ ਇਮਾਦ ਉਲ ਮੁਲਕ ਨਾਮ ਦਾ ਯੋਗ ਵਿਅਕਤੀ ਨੂੰ ਦੀਵਾਨ-ਏ-ਆਰਜ ਸੈਨਾ ਮੰਤਰੀ ਦੇ ਪਦ 'ਤੇ ਨਿਯੁਕਤ ਕੀਤਾ ਸੀ ਅਤੇ ਉਹਦੀ ਸਹਾਇਤਾ ਦੇ ਨਾਲ ਹੀ ਸੈਨਾ ਦੀ ਭਰਤੀ, ਸਿਖਲਾਈ ਅਤੇ ਤਨਖਾਹ ਦੇ ਸੰਬੰਧ ਵਿੱਚ ਸਾਰੇ ਨਿਯਮ ਬਣਾਏ ਸੀ। ਸੈਨਿਕਾਂ ਦੇ ਲਈ ਉਹਨੇ ਨਵੇਂ ਪ੍ਰਕਾਰ ਦੇ ਸ਼ਸਤਰ ਵੀ ਤਿਆਰ ਕੀਤੇ ਸੀ, ਪੁਰਾਣੇ ਕਿਲ੍ਹਿਆਂ ਦੀ ਮੁਰੰਮਤ ਕਰਵਾਈ ਸੀ ਅਤੇ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਸੀ। ਬਲਬਨ ਸੀ ਜਿਹੜਾ ਉਹਦਾ ਵਿਚਾਰ ਸੀ ਕਿ ਸਿਰਫ ਉੱਚੇ ਵੰਸ਼ਾਂ ਨਾਲ ਸੰਬੰਧ ਰੱਖਣ ਵਾਲੇ ਬਾਦਸ਼ਾਹ ਜਿਹੜੇ ਨੇ ਉਹੀ ਰਾਜ ਕਰਨ ਦੇ ਯੋਗ ਹੁੰਦੇ ਨੇ। ਉਹ ਆਪਣੇ ਆਪ ਨੂੰ ਜੱਦੀ ਬਾਦਸ਼ਾਹ ਸਮਝਦਾ ਸੀ ਕਿਉਂਕਿ ਉਹ ਆਪ ਤੁਰਕਾਂ ਦੇ ਅਲਵਾਰੀ ਕਬੀਲੇ ਨਾਲ ਸੰਬੰਧ ਰੱਖਦਾ ਸੀ। ਰਾਜ ਪ੍ਰਬੰਧ ਦੀਆਂ ਜਿਹੜੀਆਂ ਸਾਰੀਆਂ ਮਹੱਤਵਪੂਰਨ ਪਦਵੀਆਂ ਸੀ ਉਹਨਾਂ ਦੇ ਉੱਤੇ ਉਹਨੇ ਤੁਰਕਾਂ ਨੂੰ ਹੀ ਨਿਯੁਕਤ ਕੀਤਾ ਹੋਇਆ ਸੀ। ਉਹ ਨੀਵੇਂ ਘਰਾਣੇ ਦੇ ਲੋਕਾਂ ਨੂੰ ਨਫ਼ਰਤ ਕਰਦਾ ਸੀ ਅਤੇ ਉਹਨਾਂ ਦੇ ਪ੍ਰਤੀ ਨਫ਼ਰਤ ਭਰੇ ਵਿਚਾਰ ਰੱਖਦਾ ਸੀ। ਉਹਨਾਂ ਨੂੰ ਉਹ ਸਰਕਾਰੀ ਨੌਕਰੀਆਂ ਦੇ ਉੱਪਰ ਲਾਉਣ ਦਾ ਵਿਰੋਧੀ ਸੀ ਅਤੇ ਹਰ ਇੱਕ ਕੰਮ ਉਹ ਕਹਿੰਦਾ ਸੀਗਾ ਕਿ ਕੋਈ ਵੀ ਕੰਮ ਕਰਨਾ ਗਾ ਰਾਜ ਸ਼ਕਤੀ ਨਾਲ ਸੰਬੰਧਿਤ ਤਾਂ ਉਸ ਤੋਂ ਪਹਿਲਾਂ ਖਲੀਫੇ ਤੋਂ ਪ੍ਰਵਾਨਗੀ ਲੈਣੀ ਬਣਦੀ ਹੈ। ਬਲਬਨ ਨੇ ਕੀ ਕੀਤਾ ਸੀ, ਕਾਫੀ ਹੱਦ ਤੱਕ ਜਿਹੜੇ ਈਰਾਨੀ ਬਾਦਸ਼ਾਹ ਸੀ ਉਹਨਾਂ ਦੇ ਆਦਰਸ਼ ਗ੍ਰਹਿਣ ਕਰਨੇ ਸ਼ੁਰੂ ਕਰਤੇ ਸੀ। ਉਹਨਾਂ ਦੇ ਰੀਤੀ ਰਿਵਾਜਾਂ ਨੂੰ ਵੀ ਅਪਣਾ ਲਿਆ ਸੀ ਉਹਨੇ। ਸ਼ਾਹੀ ਦਰਬਾਰ ਸੀ ਜਿਹੜਾ ਉਹਨੂੰ ਵੀ ਈਰਾਨੀ ਢੰਗ ਦੇ ਨਾਲ ਸਜਾਇਆ ਸੀ ਅਤੇ ਹਰ ਸਾਲ ਉਹ ਇੱਕ ਤਿਉਹਾਰ ਮਨਾਉਂਦਾ ਹੁੰਦਾ ਸੀ, ਨੌਰੋਜ਼, ਉਹ ਵੀ ਈਰਾਨੀ ਤਿਉਹਾਰ ਸੀਗਾ। ਉਹ ਇੱਕ ਜ਼ਾਲਮ ਰਾਜਾ ਸੀ, ਕੱਟੜ ਮੁਸਲਿਮ ਸੀ ਅਤੇ ਨੀਵੀਂ ਜਾਤ ਦੇ ਲੋਕਾਂ ਨੂੰ ਨਫ਼ਰਤ ਵੀ ਕਰਦਾ ਸੀ। ਨਵੇਂ ਮੁਸਲਿਮ ਰਾਜ ਨੂੰ ਉਹਨੇ ਭਿਆਨਕ ਸਮੇਂ ਦੇ ਵਿੱਚ ਨਸ਼ਟ ਹੋਣ ਤੋਂ ਬਚਾ ਵੀ ਲਿਆ ਸੀ। ਇਹ ਉਹਦਾ ਇੱਕ ਚੰਗਾ ਪੱਖ ਸੀ। ਮੱਧਕਾਲੀਨ ਭਾਰਤੀ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਉਹਨੂੰ ਇੱਕ ਮਹਾਨ ਵਿਅਕਤੀ ਸਮਝਿਆ ਜਾਂਦਾ ਹੈ। ਇਸੇ ਲਈ ਮੱਧਕਾਲੀਨ ਭਾਰਤ ਦੇ ਇਤਿਹਾਸ ਦੇ ਵਿੱਚ ਉਹਦਾ ਉੱਚਾ ਸਥਾਨ ਹੈ। ਉਹ ਦਾਸ ਵੰਸ਼ ਦਾ ਸਭ ਤੋਂ ਜਿਹੜਾ ਮਹਾਨ ਸੁਲਤਾਨ ਸੀ, ਉਹਨੇ ਹੀ ਅੱਗੇ ਮਹਾਨ ਸੀ ਜਿਹੜਾ ਖਲਜੀ ਸ਼ਾਸਕ ਅਲਾਉਦੀਨ ਖਲਜੀ ਦੀ ਮਹਾਨਤਾ ਦੇ ਲਈ ਰਸਤਾ ਬਣਾਇਆ ਸੀ। ਜਦੋਂ ਬਲਬਨ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਹਨੇ ਪਹਿਲਾਂ ਆਪਣੇ ਪੋਤਾ ਸੀ ਜਿਹੜਾ ਕੈ ਖੁਸਰੋ, ਉਹਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ, ਪਰ ਉਸ ਤੋਂ ਬਾਅਦ ਉਹਦੇ ਪੋਤੇ ਕੈਕੂਬਾਦ ਨੂੰ ਗੱਦੀ 'ਤੇ ਬਿਠਾਤਾ ਸੀ। ਜਦੋਂ ਕੈਕੂਬਾਦ ਨੂੰ ਗੱਦੀ 'ਤੇ ਬਿਠਾਇਆ ਸੀ ਉਹਦੀ ਮੌਤ ਤੋਂ ਬਾਅਦ, ਤਾਂ ਕੈਕੂਬਾਦ ਦੀ ਜਿਹੜੀ ਉਮਰ ਸੀ ਉਹ 17 ਕੁ ਸਾਲ ਦੀ ਸੀ। ਜਿਹੜੀਆਂ ਸੁਲਤਾਨ ਦੀਆਂ ਵਧੇਰੇ ਸ਼ਕਤੀਆਂ ਸੀ ਉਹਨਾਂ ਦੀ ਵਰਤੋਂ ਨਿਜ਼ਾਮੂਦੀਨ ਹੀ ਕਰਦਾ ਸੀ। ਇਹ ਦਿੱਲੀ ਦੇ ਕੋਤਵਾਲ ਫਖਰੂਦੀਨ ਦਾ ਜਵਾਈ ਸੀ।
ਨਿਜ਼ਾਮੂਦੀਨ ਸੀ ਜਿਹੜਾ ਆਪਣੇ ਵਿਰੋਧੀ ਸਰਦਾਰਾਂ ਦੇ ਵਿਰੁੱਧ ਕਾਰਵਾਈ ਕਰਨੀ ਵੀ ਉਹਨੇ ਸ਼ੁਰੂ ਕਰ ਦਿੱਤੀ ਸੀ ਅਤੇ ਆਪਣੇ ਆਪ ਨੂੰ ਉਹ ਰਾਜਗੱਦੀ 'ਤੇ ਬਿਠਾਉਣ ਦੀਆਂ ਸਾਜ਼ਿਸ਼ਾਂ ਕਰਨ ਲੱਗ ਪਿਆ ਸੀ। ਜਿਹੜਾ ਕੈਕੂਬਾਦ ਦਾ ਪਿਤਾ ਸੀ, ਜਦੋਂ ਉਹ ਬੰਗਾਲ ਤੋਂ ਵਾਪਸ ਆਇਆ, ਉਹਨੂੰ ਬੰਗਾਲ ਦਾ ਚਾਰਜ ਸੰਭਾਇਆ ਹੋਇਆ ਸੀ, ਤਾਂ ਉਹਨੇ ਕੀ ਕੀਤਾ, ਨਿਜ਼ਾਮੂਦੀਨ ਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ਸੀ ਅਤੇ ਉਹਨੇ ਮਲਕ ਫਰੋਜ਼ ਨਾਮ ਦਾ ਇੱਕ ਖਲਜੀ ਸਰਦਾਰ ਸੀ, ਉਹਨੂੰ ਯੁੱਧ ਮੰਤਰੀ ਨਿਯੁਕਤ ਕਰ ਲਿਆ ਸੀ। ਜਿਹੜੇ ਤੁਰਕੀ ਸਰਦਾਰ ਸੀ, ਇਸ ਨਿਯੁਕਤੀ ਨੂੰ ਉਹ ਪਸੰਦ ਨਹੀਂ ਸੀ ਕਰਦੇ, ਕਿਉਂਕਿ ਉਹ ਫਰੋਜ਼ ਨੂੰ ਭਾਰਤੀ ਮੁਸਲਮਾਨ ਸਮਝਦੇ ਸੀ। ਉਹਨਾਂ ਨੇ ਯੁੱਧ ਮੰਤਰੀ ਦੇ ਵਿਰੁੱਧ ਸਾਜ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਕੁਝ ਸਮੇਂ ਬਾਅਦ ਕੀ ਹੋਇਆ, ਜਿਹੜਾ ਦਾਸ ਵੰਸ਼ ਦਾ ਆਖਰੀ ਰਾਜਾ ਸੀ ਕੈਕੂਬਾਦ, ਉਹਨੂੰ ਅਧਰੰਗ ਹੋ ਗਿਆ ਸੀ ਅਤੇ ਤੁਰਕੀ ਸਰਦਾਰਾਂ ਨੇ ਉਹਦੇ ਛੋਟੇ ਜਿਹੇ ਪੁੱਤਰ ਨੂੰ ਰਾਜਗੱਦੀ 'ਤੇ ਬਿਠਾ ਦਿੱਤਾ ਸੀ ਅਤੇ ਫਰੋਜ਼ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ। ਪਰ ਫਰੋਜ਼ ਨੇ ਕੀ ਕੀਤਾ ਸੀ, ਉਹਨਾਂ ਦੇ ਜਿਹੜੇ ਯਤਨ ਸੀ ਉਹਨਾਂ ਨੂੰ ਫੇਲ ਕਰਤਾ ਸੀ ਅਤੇ ਸਾਰੀ ਸ਼ਕਤੀ ਸੀ ਜਿਹੜੀ ਉਹ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਵਿੱਚ ਉਹ ਸਫਲ ਹੋ ਗਿਆ ਸੀ ਅਤੇ ਕੈਕੂਬਾਦ ਨੂੰ ਮਰਵਾ ਦਿੱਤਾ ਗਿਆ ਸੀ ਅਤੇ ਫਰੋਜ਼ ਸੀ ਜਿਹੜਾ ਉਹ ਬਾਲਕ ਸੁਲਤਾਨ ਦਾ ਸਰਪ੍ਰਸਤ ਬਣ ਗਿਆ ਸੀ। ਜੂਨ 1290 ਦੇ ਵਿੱਚ ਉਹ ਫਿਰ ਆਪ ਸੁਲਤਾਨ ਬਣ ਗਿਆ ਸੀ। ਬਾਲਕ ਸੁਲਤਾਨ ਸੀ ਜਿਹੜਾ ਉਹਨੂੰ ਕਤਲ ਕਰਵਾ ਦਿੱਤਾ ਗਿਆ ਸੀ ਅਤੇ ਇਸ ਤਰ੍ਹਾਂ ਜਿਹੜਾ ਮਮਲੂਕ ਵੰਸ਼ ਸੀ ਜਾਂ ਦਾਸ ਵੰਸ਼ ਕਹਿੰਦੇ ਹਾਂ ਜਿਹਨੂੰ ਅਸੀਂ, ਉਹਦਾ ਅੰਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਬਲਬਨ ਦੀ ਮੌਤ ਤੋਂ ਪਿੱਛੋਂ ਜਲਾਲੂਦੀਨ ਫਰੋਜ਼ ਖਲਜੀ ਸੀ ਜਿਹੜਾ ਉਹਦਾ ਮੰਤਰੀ, ਉਹ ਦਿੱਲੀ ਸਲਤਨਤ ਦੀ ਗੱਦੀ ਦੇ ਉੱਪਰ ਬੈਠਾ ਸੀ ਅਤੇ ਖਲਜੀ ਵੰਸ਼ ਦੀ ਸ਼ੁਰੂਆਤ ਹੋ ਗਈ ਸੀ। ਜਿਹੜੀ ਸਾਡੀ ਅਗਲੀ ਵੀਡੀਓ ਹੋਏਗੀ ਉਹ ਹੋਏਗੀ ਖਲਜੀ ਵੰਸ਼ ਦੇ ਉੱਤੇ। ਅਤੇ ਇਹ ਸੀ ਸਾਡੀ ਅੱਜ ਦੀ ਵੀਡੀਓ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਅਤੇ ਕਮੈਂਟ ਕਰੋ। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ।